ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਸੱਚਖੰਡ ਦਰਸ਼ਨ ਦਾ ਤੀਸਰਾ ਅਧਿਆਏ ਗਿਆਨ ਖੰਡ। ਧਰਮ ਖੰਡ ਦੇ ਇਮਤਿਹਾਨ ਵਿੱਚ ਪੂਰੇ ਉਤਰੇ ਹੋਏ ਪੰਜ ਪ੍ਰਵਾਨ ਜਨਾਂ ਨੂੰ ਹੀ ਗਿਆਨ ਖੰਡ ਦਾ ਤੱਤ ਗਿਆਨ ਜ਼ਹੂਰ ਪਜ਼ੀਰ ਹੁੰਦਾ ਹੈ। ਉਹ ਗਿਆਨ ਖੰਡ ਦੀ ਲਖਤਾ ਦੇ ਨਦਰ ਦ੍ਰਿਸ਼ਟੇ ਹੋ ਕੇ ਗਿਆਨ ਖੰਡ ਵਿੱਚ ਵਰਤ ਰਹੇ ਤੱਤ ਵਰਤਾਰੇ ਦੇ ਤੱਤਵੇਤਾ ਹੋ ਜਾਂਦੇ ਹਨ। ਉਹਨਾਂ ਦਾ ਤੱਤ ਜ਼ਹੂਰ ਵਿੱਚ ਆਏ ਗਿਆਨ ਖੰਡ ਦਾ ਬਿਰਤਾਂਤ ਹੀ ਤੱਤ ਨਿਜਮੇ ਨਿਰਣੇ ਵਾਲਾ ਬਿਰਤਾਂਤ ਹੈ। ਧਰਮ ਖੰਡ ਦੀ ਗੰਮਤਾ ਵਾਲਾ ਗੰਮਿਆ ਆਤਮ ਧਰਮ ਜੀਵਨ ਹੀ ਗਿਆਨ ਖੰਡ ਦੇ ਬੁੱਝਣ ਲੱਖਣ ਰਿਅਲਾਈਜ਼ ਕਰਨ ਦਾ ਪੌੜਾ ਹੈ। ਤਾਂ ਹੀ ਤੇ ਅਗਲੀ ਪੌੜੀ ਦੇ ਆਰੰਭ ਵਿੱਚ ਹੀ ਇਉਂ ਉਚਾਰਨ ਹੋਇਆ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਧਰਮ ਖੰਡ ਦੀ ਪੌੜੀ ਚੜ੍ਹ ਕੇ ਪ੍ਰਾਪਤ ਹੋਏ ਅਗਲੀ ਪੌੜੀ ਗਿਆਨ ਖੰਡ ਦੇ ਤੱਤ ਨਿਰਣੇ ਨੂੰ ਇਸ ਅਗਲੀ 35ਵੀਂ ਪੌੜੀ ਵਿਖੇ ਇਸ ਪ੍ਰਕਾਰ ਨਿਰਣਾਇਆ ਹੈ। ਯਥਾ ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆਂ ਹੈ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਦਾ ਉੱਪਰ ਦੱਸਿਆ ਅਹਿਵਾਲ ਨਿਰਾਕਿਆਸੀ ਜਾਂ ਅਨੁਭਵ ਅਨੁਮਾਨੀ ਅਵਸਥਾ ਲਖਾਇਕ ਤੋਤਕੜਾ ਹੀ ਨਹੀਂ, ਇਹ ਗੁਰਮੁਖ ਖੁਦਾਈ ਬੰਦਿਆਂ ਦਾ ਮਲੂਮ ਕੀਤਾ ਹੋਇਆ ਸੱਚਾ ਅਹਿਵਾਲ ਗਿਆਨ ਖੰਡ ਦਾ ਤੱਤ ਇਜ਼ਹਾਰੀ ਨਿਰਣਾ ਹੈ। ਨਦਰ ਦ੍ਰਿਸ਼ਟ ਦੀ ਦਿਬਤਾ ਤੇ ਮਰਮੀਆਂ ਨੂੰ ਹੀ ਗਿਆਨ ਖੰਡ ਦਾ ਆਲਮੁਲ ਗੈਬੀ ਇਨਕਸ਼ਾਫ ਜ਼ਹੂਰ ਪਜ਼ੀਰ ਹੁੰਦਾ ਹੈ ਕਿ ਗਿਆਨ ਖੰਡ ਵਿੱਚ ਪੁੱਗ ਖਲੋ ਕੇ ਖੇਲਣ ਵਾਲਿਆਂ ਨੂੰ ਕੀ ਚਮਤਕਾਰ ਪ੍ਰਗਟ ਹੁੰਦੇ ਹਨ। ਗੁਪਤੋਂ ਪ੍ਰਗਟ ਹੋਏ ਗਿਆਨ ਖੰਡ ਦੀ ਦਿਬਦੀਦ ਜੋ ਨਜ਼ਾਰਾ ਸਾਂਗੋ ਪਾਂਗ ਦੇਖਦੀ ਹੈ, ਉਹ ਜੋਤ ਪ੍ਰਚੰਡੀ ਗਿਆਨ ਦਾ ਪ੍ਰਗਟ ਪਹਾਰਾ ਹੈ। ਕੋਈ ਫਰਜ਼ੀ ਕਿਆਸ ਕੁਫਰਾਰਾ ਕੁਫਰ ਸ਼ਰਾਰਾ ਨਹੀਂ। ਗਿਆਨ ਖੰਡ ਦੀ ਅਥਾਹਤਾ ਅੰਦਰ ਅਨੇਕ ਪ੍ਰਕਾਰ ਦੀਆਂ ਅਗਿਣਤ ਪਾਉਣਾ ਇਸ ਮਾਤ ਲੋਕੀ ਵਾਯੂ ਮੰਡਲੀ ਪਾਉਣਾ ਤੋਂ ਅਧਿਕ ਵਿਲੱਖਣੀ ਬਚਿੱਤਰ ਪਾਉਣਾ ਹਨ। ਅਨੇਕ ਪ੍ਰਕਾਰ ਦੇ ਅਣਗਿਣਤ ਪਾਣੀ ਹਨ ਅਤੇ ਅਨੇਕ ਪ੍ਰਕਾਰ ਦੀਆਂ ਅਗਿਣਤ ਅਗਨੀਆਂ ਹਨ। ਬੇਅੰਤ ਹੀ ਵਿਸ਼ਨੂੰ ਅਤੇ ਬੇਅੰਤ ਬਿਸ਼ਨ ਅਵਤਾਰੀ ਕਾਨ ਕ੍ਰਿਸ਼ਨ ਕਨ੍ਹਈਆ ਹਨ ਅਤੇ ਬੇਅੰਤ ਮਹਾਦੇਵ ਸ਼ਿਵ ਰੁਦਰ ਹਨ ਅਤੇ ਬੇਅੰਤ ਹੀ ਬਰਮੇ ਹਨ ਜੋ ਬੇਅੰਤ ਰੂਪਾਂ ਰੰਗਾਂ ਵੇਸਾਂ ਦੀ ਜਗ ਰਚਨਾ ਦੀ ਸਾਜਨਾ ਸਾਜਣ ਲਾਏ ਹੋਏ ਹਨ। ਬੇਅੰਤ ਪ੍ਰਕਾਰ ਦੀਆਂ ਕਰਮ ਭੂਮੀਆਂ ਅਤੇ ਬੇਅੰਤ ਹੀ ਸੁਮੇਰ ਪਰਬਤ, ਬੇਅੰਤ ਹੀ ਧਰੂ ਹਨ, ਬੇਅੰਤ ਹੀ ਨਾਨਾ ਪ੍ਰਕਾਰੀ ਧਰੂਆਂ ਸਹਿਤ ਉਪਦੇਸ਼ ਅਤੇ ਉਪਦੇਸ਼ਣਹਾਰੇ ਹਨ। ਬੇਅੰਤ ਹੀ ਤਾਰੇ ਸਤਾਰਿਆਂ ਮਈ ਮੰਡਲ ਹਨ ਅਤੇ ਬੇਅੰਤ ਹੀ ਮੰਡਲਾਂ ਦੇ ਦੇਸ਼ ਹਨ। ਬੇਅੰਤ ਹੀ ਇੰਦਰ ਹਨ, ਬੇਅੰਤ ਹੀ ਚੰਦ ਸੂਰਜ ਹਨ, ਬੇਅੰਤ ਹੀ ਸਿੱਧ, ਬੇਅੰਤ ਹੀ ਬੁੱਧ ਅਤੇ ਬੇਅੰਤ ਹੀ ਨਾਥ ਹੋ ਗੁਜ਼ਰੇ ਹਨ ਤੇ ਹੋਣਗੇ, ਹਰ ਸਮੇਂ ਹੁੰਦੇ ਰਹਿਣਗੇ। ਬੇਅੰਤ ਹੀ ਵੇਖੋ ਵੇਖੀ ਦੇਵੀਆਂ, ਬੇਅੰਤ ਹੀ ਦੇਵਤੇ, ਬੇਅੰਤ ਹੀ ਦੈਂਤ, ਬੇਅੰਤ ਹੀ ਰਿਖੀ ਮੁਨੀ ਹੋਏ ਹਨ ਅਤੇ ਹੋਣਹਾਰ ਹਨ। ਭੂਤ ਭਵਿੱਖ ਭਵਾਨ ਦੀ ਸਾਰੀ ਰਚਨਾ ਗਿਆਨ ਖੰਡ ਸਾਪੇਕਸ਼ਾਰੀਆਂ ਨੂੰ ਸਦਾ ਸਨਮੁਖ ਸੌਂਹੇ ਹੈ। ਬੇਅੰਤ ਹੀ ਰਤਨ ਹਨ ਅਤੇ ਬੇਅੰਤ ਰਤਨ ਸਮੁੰਦ ਹਨ। ਬੇਅੰਤ ਹੀ ਖਾਣੀਆਂ, ਬੇਅੰਤ ਹੀ ਬਾਣੀਆਂ ਅਤੇ ਬੇਅੰਤ ਪਾਤ ਨਿਰੰਦਾਣੀਆਂ ਰਚਨਹਾਰ ਕਰਤਾਰ ਦੀ ਅਪਾਰ ਰਚਨਾ ਅੰਦਰ ਹਨ। ਗਿਣਤੀ ਦੀਆਂ ਖਾਣੀਆਂ ਬਾਣੀਆਂ ਦਾ
ਇੱਥੇ ਅੰਤ ਨਹੀਂ। ਇਹਨਾਂ ਖਾਣੀਆਂ ਬਾਣੀਆਂ ਦੇ ਵਰਣਨ ਕਰਨ ਵਾਲੀਆਂ ਸੁਰਤੀਆਂ ਸਿਮਰਤੀਆਂ ਵੀ ਬੇਅੰਤ ਹਨ। ਬੇਅੰਤ ਬ੍ਰਹਿਮੰਡਾਂ ਦੀਆਂ ਵਸਦੀਆਂ ਦੁਨੀਆਂ ਹਨ ਅਤੇ ਬੇਅੰਤ ਹੀ ਸੁਰਤੀਆਂ ਬਿਰਤੀਆਂ ਫਿਲਾਸਫੀਆਂ ਆਦਿ ਰਚਨਹਾਰੇ ਨਰ ਮੁਨਜਨ ਰਿਸ਼ੀ ਪੈਗੰਬਰ ਉਲਮਾ ਅਤੇ ਹਕੀਮ ਹਨ, ਜਿਨ੍ਹਾਂ ਦਾ ਅੰਤ ਪਾਰਾਵਾਰ ਕਦੰਤ ਵੀ ਨਹੀਂ ਪਾਇਆ ਜਾ ਸਕਦਾ। ਇਹ ਉੱਪਰ ਵਰਣੀ ਬੇਅੰਤਤਾ ਵਾਸਤਵ ਵਿੱਚ ਪ੍ਰਤੱਖ ਵੇਖੀ ਹੋਈ ਗਿਆਨ ਖੰਡ ਦੀ ਪ੍ਰਚੰਡਤਾ ਵਿੱਚ ਪ੍ਰਚੰਡ ਹੋਈ ਵੀ ਜੋਤ ਆਸ਼ਕਾਰੀ ਸਾਖਸ਼ਾਤ ਦੇਖੀ ਹੋਈ ਵਾਰਤਾ ਹੈ, ਅਨੁਮਾਨਕ ਅਵਸਥਾ ਨਹੀਂ। ਅਤੇ ਸਤਿਗੁਰੂ ਦੇ ਅਗਾਧ ਸਰਬਗਤਾ ਵਾਲੇ ਅਹਨਿਸੀ ਧਿਆਨਾਕਾਰ ਹੋਏ ਤਤ ਜੋਤ ਵਿਗਾਸੀ ਤਜਰਬੇ ਵਿੱਚ ਆਇਆ ਹੋਇਆ ਅਮਲੀ ਸ਼ਗੂਫਾ ਹੈ। ਜਿਨ੍ਹਾਂ ਨੂੰ ਸਮਰੱਥ ਸਤਿਗੁਰੂ ਇਸ ਗਿਆਨ ਖੰਡ ਦਾ ਤਤ ਜੋਤ ਪ੍ਰਚੰਡੀਆ ਗਿਆਨ ਝਲਕਾਰਾ ਬਖਸ਼ੇ, ਉਹਨਾਂ ਨੂੰ ਇਸ ਅਤ ਜੋਤ ਤਤ ਲਤੀਫੀ ਗਿਆਨ ਅਮੀਕਤਾ ਉੱਤੇ ਅਮੰਨਾ ਆਇਆ ਹੈ। ਸੱਚਮੁੱਚ ਗਿਆਨ ਖੰਡ ਵਿਖੇ ਸਰਬ ਵਿਆਪਕ ਜੋਤ ਦਾ ਪ੍ਰਚੰਡ ਗਿਆਨ ਹੋਇਆ ਵਿਆ ਹੁੰਦਾ ਹੈ ਅਤੇ ਇਸ ਜੋਤ ਪ੍ਰਚੰਡ ਉਜਿਆਰੇ ਦੀ ਅਤ ਤੇਜਮਈ ਪ੍ਰਚੰਡਤ ਰੌਸ਼ਨੀ ਤਲੇ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਸਾਖਸ਼ਾਤ ਨਜ਼ਾਰਾ ਨਜ਼ਰ ਆਉਂਦਾ ਹੈ। ਕੋਈ ਗੁੱਝੀ ਛੰਨੀ ਬਾਤ ਨਹੀਂ ਰਹਿੰਦੀ। ਜੋ ਗਿਆਨ ਪ੍ਰਚੰਡੀ ਤਤ ਜੋਤ ਗਿਆਨੀਆਂ ਦੀ ਗਿਆਤ ਤੋਂ ਬਾਹਰ ਹੋਵੇ, ਤਾਂ ਹੀ ਤੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਵਾਲੀ ਲਾਜ਼ਮ ਮਲਜ਼ੂਮ ਸੱਚਾਈ ਓਤ ਪੋਤ ਹੈ। ਅਰਥਾਤ ਗਿਆਨ ਖੰਡ ਸੋਹੇ ਜਿੱਥੇ ਕਿ ਗਿਆਨ ਪ੍ਰਚੰਡ ਉਜਿਆਰੇ ਵਿੱਚ ਜੋਤ ਅਫਗਨ ਹੋਏ ਆਮਦੀ ਹੈ। ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਭਰਮ ਅੰਧੇਰਾ। ਜੈਤਸਰੀ ਮਹੱਲਾ ਪੰਜਵਾਂ। ਇਸ ਤੱਤ ਗਿਆਨ ਉਜਿਆਰੇ ਅੰਦਰ ਭਰਮ ਭੇਦ ਵਾਲੀ ਸ਼ੱਕੀ ਗੱਲ ਕੋਈ ਰਹਿੰਦੀ ਹੀ ਨਹੀਂ। ਜੋਤ ਪ੍ਰਚੰਡ ਉਜਿਆਰੇ ਵਾਲਾ ਦਿਵ ਤਤ ਜੋਤ ਲਤੀਫੀ ਸਰਬ ਵਿਆਪਕ ਸਫੀਅਰ ਤਬਕਾ ਸਫੀਅਰ ਔਰ ਰੀਜਨ ਹੈ, ਜੋ ਹੈ ਉਸ ਸਰਬ ਖੰਡ ਬ੍ਰਹਿਮੰਡਾਂ ਦੇ ਉੱਤੋਂ ਦੀ ਛਾਇਆ ਹੋਇਆ ਪਰਿਪੂਰਨ ਅਗਾਧ ਮੰਡਲੀ ਵਿਲੱਖਣ ਖੰਡ ਹੈ, ਜੋ ਸਾਰੀ ਹੀ ਰਚਨਾ ਵਿਖੇ ਸਭ ਦ੍ਰਿਸ਼ਟਮਾਨ ਖੰਡਾਂ ਬ੍ਰਹਿਮੰਡਾਂ ਦੇ ਉੱਤੇ ਦੀ ਛਾਇਆ ਹੋਇਆ ਹੈ। ਪਰੰਤੂ ਪੰਜ ਭੂਤ ਕੀ ਦ੍ਰਿਸ਼ਟੀ ਨੂੰ ਇਹ ਅਤ ਸੂਖਮ ਮੰਡਲ ਗਿਆਨ ਮੰਡਲ ਦਿਸਦਾ ਨਹੀਂ। ਗਿਆਨ ਪ੍ਰਚੰਡ ਹੋਏ ਹੋਏ ਤੋਂ ਦਿਸਦਾ ਹੈ ਅਤੇ ਦਿਸਣ ਸਾਰ ਹੀ ਇਹ ਗਿਆਨ ਖੰਡ ਜੋਤ ਪ੍ਰਚੰਡੀਆ ਲਾ ਮੁਹੀਤ ਖੰਡ ਜਗਮਗਾਉਂਦਾ ਹੈ। ਫਿਰ ਤਾਂ ਇਸ ਗਿਆਨ ਪ੍ਰਚੰਡੀ ਗਿਆਨ ਖੰਡ ਦੇ ਉਘਾੜ ਹੋਣ ਪਰ ਇਹ ਸਾਰੇ ਦ੍ਰਿਸ਼ਟਮਾਨ ਖੰਡ ਮੰਡਲ ਬ੍ਰਹਿਮੰਡ ਵੀ ਜੋਤ ਜਲਵੰਨੇ ਹੋ ਜਾਂਦੇ ਹਨ। ਜਿਸ ਪ੍ਰਕਾਰ ਸਰੀਰ ਦੇਹੀ ਵਿੱਚੋਂ ਜੀਵ ਆਤਮਾ ਦੇ ਜੁਦਾ ਹੋ ਜਾਣ ਪਰ ਜੀਵ ਆਤਮਾ ਅਜਿਹੇ ਰੂਹਾਨੀ ਕੁਰਰੇ ਵਿੱਚ ਜਾ ਪ੍ਰਵੇਸ਼ ਕਰਦਾ ਹੈ, ਜਿਸ ਦੀ ਮਾਹੀਅਤ ਉਹ ਸਰੀਰ ਪ੍ਰਵਾਜ਼ ਕੀਤੀ ਆਤਮਾ ਹੀ ਜਾਣਦੀ ਹੈ। ਸਥੂਲ ਦ੍ਰਿਸ਼ਟੀ ਵਾਲਿਆਂ ਨੂੰ ਤਾਂ ਨਾ ਉਹ ਆਤਮਾ ਸਰੀਰ ਵਿੱਚੋਂ ਪ੍ਰਵਾਜ਼ ਹੋਈ ਦਿਸਦੀ ਹੈ, ਨਾ ਹੀ ਉਹ ਆਤਮ ਮੰਡਲ ਦਿਸਦਾ ਹੈ ਜਿਸ ਵਿੱਚ ਕਿ ਉਹ ਰੂਹ ਪ੍ਰਵੇਸ਼ ਕਰ ਗਈ ਹੁੰਦੀ ਹੈ। ਕੇਵਲ ਉਹ ਪਰਲੋਕਗਾਮੀ ਰੂਹ ਹੀ ਉਸ ਸਫੀਅਰ ਮੰਡਲ ਦੀ ਗਹਿਣਗਤ ਨੂੰ ਜਾਣ ਸਕਦੀ ਹੈ। ਤਿਸੇ ਪ੍ਰਕਾਰ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਵਾਲੇ ਅਪਾਰ ਦਿਵ ਜੋਤ ਜਗਮਗੀ ਨਜ਼ਾਰੇ ਨੂੰ ਦਿਵ ਜੋਤ ਪ੍ਰਚੰਡੀਏ ਗਿਆਨ ਖੰਡ ਪ੍ਰਵੇਸ਼ੀਏ ਪ੍ਰਚੰਡ ਗਿਆਨੀ ਗੁਰਮੁਖ ਤਤ ਗਿਆਨੀ ਹੀ ਲਖ ਚਖ ਮਾਣ ਸਕਦੇ ਹਨ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਦਾ ਨਜ਼ਾਰਾ ਅਤਿਅੰਤ ਹੀ ਅਨੰਦ ਵਿਨੋਦੀਆ ਬਿਸਮ ਆਨੰਦੀਆ ਹੁੰਦਾ ਹੈ, ਜਿੱਥੇ ਕਿ ਤਿੱਥੈ ਨਾਦ ਵਿਨੋਦ ਕੋਡ ਆਨੰਦ ਦੇ ਭਾਵ ਅਨੁਸਾਰ ਕੋਟਾਨ ਕੋਟ ਆਨੰਦਮਈ ਬਿਸਮ ਵਿਨੋਦੀ ਅਨਹਦ ਨਾਦ ਸੁਣਾਈ ਦੇਣ ਲੱਗ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।